ਹੈਲੋ ਦੋਸਤੋ, ਕਿਵੇਂ ਹੋ ਸਾਰੇ ਜਣੇ। ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਆਪਾਂ ਪੰਜਾਬ ਜੀਕੇ ਵਿੱਚ ਪੰਜਾਬ ਦੀ ਹਿਸਟਰੀ ਨਾਲ ਰਿਲੇਟਡ 5ਵਾਂ ਲੈਕਚਰ ਲੈ ਕੇ ਆਏ ਹਾਂ। ਇਸ ਤੋਂ ਪਹਿਲਾਂ 4 ਵੀਡੀਓਜ਼ ਬਣ ਚੁੱਕੀਆਂ। ਉਹ ਵੀਡੀਓਜ਼ ਨੂੰ ਤੁਸੀਂ ਦੇਖਣ ਲਈ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਲਿੰਕ ਵਿੱਚ ਜਾ ਕੇ ਦੇਖ ਸਕਦੇ ਹੋ। ਤਾਂ ਆਪਾਂ ਅੱਜ ਇਸ ਪਾਰਟ ਵਿੱਚ ਕੀ ਕੁਝ ਕਰਨਾ ਹੈ ਪਹਿਲਾਂ ਆਪਾਂ ਉਹ ਦੇਖ ਲੈਂਦੇ ਹਾਂ। ਤਾਂ ਆਪਾਂ ਅੱਜ ਇਸ ਵੀਡੀਓ ਵਿੱਚ ਪਹਿਲਾਂ ਗੁਪਤਾ ਪੀਰੀਅਡ ਬਾਰੇ ਗੱਲ ਕਰਾਂਗੇ। ਉਸ ਤੋਂ ਬਾਅਦ ਵਰਧਨਾ ਪੀਰੀਅਡ ਤੇ ਉਸ ਤੋਂ ਬਾਅਦ ਮੁਸਲਿਮ ਇਨਵੇਜ਼ਨ ਦੀ ਗੱਲ ਕਰਾਂਗੇ। ਤੇ ਇਹ ਜੋ ਪਾर्ट है ये एशियंट हिस्ट्री का लास्ट पार्ट है। इस तो बाद पंजाब की मिडीवल हिस्ट्री कंप्लीट करनी आपां ते उस तो बाद आपां अपने जो सारे गुरुज आ अपने 10 गुरुआं की हिस्ट्री कंप्लीट करनी है, जिहड़ी कि अपने पंजाब जीके का सब तो वड्डा पोर्शन ते सब तो इंपोर्टेंट पोर्शन है। तो चलो आपां अज की वीडियो स्टार्ट करते हैं। तो पहला आपां गल करते हैं गुप्ता एज बारे। गुप्ता एज या गुप्ता पीरीयड, गुप्ता एज नूं अपनी हिस्टरी यानी कि इंडिया की हिस्टरी विच गोल्डन एज के नाम तो भी जानिया जाता है। बाकी आपां इस नूं इंडियन की हिस्टरी विच बहुत वड्डा पोर्शन करते हैं, बट आपां अज इस विच ਉਹੀ ਕੁਝ ਕਰਨਾ ਜਿਹੜਾ ਆਪਣੇ ਪੰਜਾਬ ਦੀ ਜੀਕੇ ਨਾਲ ਇੰਪੋਰਟੈਂਟ ਆ। ਤਾਂ ਸਭ ਤੋਂ ਪਹਿਲਾਂ ਆਪਾਂ ਇਸ ਬਾਰੇ ਥੋੜੀ ਜੀ ਬਰੀਫ ਜਾਣਕਾਰੀ ਲੈ ਲੈਂਦੇ ਹਾਂ ਗੁਪਤਾ ਏਜ ਬਾਰੇ। ਤਾਂ ਜੋ ਗੁਪਤਾ ਏਜ ਜਾਂ ਗੁਪਤਾ ਡਾਇਨੈਸਟੀ ਦੀ ਗੱਲ ਕਰੀਏ, ਗੁਪਤਾ ਡਾਇਨੈਸਟੀ ਜੋ ਸੀ ਉਸ ਦੀ ਜੋ ਖੋਜ ਜਾਂ ਫਾਊਂਡਰ ਸੀਗਾ, फाउंडर सी श्री गुप्त। तो गुप्ता डायनेस्टी का जो फाउंडर सी वो श्री गुप्त सी, बट श्री गुप्त बारे कोई भी ज़्यादा हिस्टरी नहीं मिलती तो ना ही श्री गुप्त बारे ज़्यादा गल की जाती आ। तो जो इसका मोस्ट इंपोर्टेंट किंग है या राजा सीगा उस बारे गल की जाती है। तो जिसनों पहला किंग भी गुप्ता डायनेस्टी का मन्निया जाता है। ये फाउंडर सी बट असल विच चंद्रगुप्त पहला। ये चंद्रगुप्त मौर्य वाला नहीं है, ये गुप्ता डायनेस्टी नाल संबंध रखने वाला चंद्रगुप्त पहला ये इसका नाम है। इसनों पहला क्यों कहा जाता है क्योंकि इस तो बाद भी एक चंद्रगुप्त आउंदा, तां करके उसका नाम अपनी हिस्टरी में पढ़ने वास्ते आपां पहले वाला जो पहला आउंदा उसनूं चंद्रगुप्त पहला कह दिता जाता है ते चंद्रगुप्त दूजा जो इस तो बाद आउंदा है। तो जो चंद्रगुप्त पहला सी इन्हें लगभग 319 या 320 विच 20 AD विच गुप्ता पीरीयड शुरू किया सी। मतलब गुप्ता एरा जो असल शुरू होंदा है इसने गुप्ता एरा शुरू किया सी, स्टार्ट किया सीगा। याद रखना है कि गुप्ता डायनेस्टी का फाउंडर कौन सी, श्री गुप्त। तो जेकर क्वेश्चन आता कि गुप्ता एरा किसने शुरू किया सी, तो वो गुप्ता एरा जो शुरू किया सीगा वो चंद्रगुप्त पहले ने किया सी ते 319 या 320 AD विच कीता सी। जे आप हुण गुप्ता पीरीयड की गल करते हैं, एज की गल करते हैं, टाइम पीरीयड की है ये 319 AD तो कुछ 467 AD तक मन्निया जाता है। तो आपां हुण गल करते हैं, ये तो पहला राजा हो गया। इसका सैकेंड राजा इंपोर्टेंट राजे की गल करिए तो वह कौन सी, वो समुंदर गुप्त सिंह।
ਇਸ ਨੂੰ ਇੰਪੋਰਟੈਂਟ ਰਾਜਾ ਕਿਉਂ ਕਿਹਾ ਜਾਂਦਾ ਕਿਉਂਕਿ ਜੋ ਸਮੁੰਦਰ ਗੁਪਤ ਸੀ ਇਹਨੇ ਗੁਪਤਾ ਡਾਇਨੈਸਟੀ ਜੋ ਸੀਗਾ ਗੁਪਤਾ ਰਾਜ ਪਾਟ ਨੂੰ ਸੀ ਬਹੁਤ ਜ਼ਿਆਦਾ ਵਧਾਇਆ ਸੀ, ਬਹੁਤ ਜ਼ਿਆਦਾ ਹੋਰ ਸਟੇਟਸ ਵਗੈਰਾ ਨੂੰ ਜਿੱਤ ਕੇ ਆਪਣੇ ਗੁਪਤਾ ਡਾਇਨੈਸਟੀ ਦੇ ਅੰਡਰ ਕਰ ਲਿਆ ਸੀ। ਉਸ ਤੋਂ ਬਾਅਦ ਜੇ ਗੁਪਤਾ ਸਮੁੰਦਰ ਗੁਪਤਾ ਦੀ ਗੱਲ ਕਰੀਏ ਤਾਂ ਇਸ ਨੇ ਇੱਕ ਕੋਇਨ ਚਲਾਏ ਸੀ ਕਿਉਂਕਿ ਕੋਇਨ ਤਾਂ ਪਹਿਲਾਂ ਵੀ ਚੱਲ ਰਿਹਾ ਸੀ, ਜਿਵੇਂ ਆਪਾਂ ਲਾਸਟ ਵੀ ਕਰਿਆ ਸੀਗਾ ਵੀ ਇੱਕ ਰਾਜਾ ਨੇ ਜੋ ਕੋਇਨ ਚਲਾਏ ਸੀਗੇ ਉਹ ਰਾਜਾ ਦੇ ਉਸ ਦਾ ਪਿਕਚਰ ਜਾਂ ਕਰੈਕਟਰ ਵਗੈਰਾ ਕੋਇਨ ਦੇ ਉੱਪਰ ਬਣਿਆ ਹੁੰਦਾ ਸੀ। ਤਾਂ ਇਸ ਨੇ ਜਿਹੜੇ ਕੋਇਨ ਚਲਾਏ ਸੀ ਉਹ ਚਲਾਏ ਸੀਗੇ ਯੂਪਾ ਵਾਲੇ ਕੋਇਨ ਚਲਾਏ ਸੀ। ਯੂਪਾ ਮੀਨਸ ਜਿਹੜਾ ਕੋਇਨ ਹੁੰਦਾ ਸੀ ਕੋਇਨ ਦੇ ਉੱਪਰ ਕਿਸੇ ਜਾਨਵਰ ਦੀ ਤਸਵੀਰ, ਐਨੀਮਲ ਦੀ, ਖਾਸ ਕਰਕੇ ਘੋੜੇ ਦੀ ਤਸਵੀਰ ਬਣੀ ਹੁੰਦੀ ਸੀ। ਤਾਂ ਯਾਦ ਰੱਖਣਾ ਹੈ ਕਿ ਜੋ ਸਮੁੰਦਰ ਗੁਪਤ ਸੀ ਉਸ ਨੇ ਯੂਪਾ ਟਾਈਪ ਕੋਇਨ, ਗੋਲਡ ਕੋਇਨ ਚਲਾਏ ਸੀਗੇ। ਇਹ ਵੀ ਯਾਦ ਰੱਖਣਾ ਹੈ, ਗੋਲਡ ਕੋਇਨ। ਤਾਂ ਇਸ ਬਾਰੇ ਇਹ ਯਾਦ ਰੱਖਣਾ ਹੈ। ਹੁਣ ਆਪਾਂ ਇੱਕ ਗੱਲ ਕਰਾਂਗੇ ਕਿ ਗੁਪਤਾ ਏਜ ਆਪਣੇ ਪੰਜਾਬ ਨਾਲ ਕਿਵੇਂ ਸੰਬੰਧ ਰੱਖਦੀ ਆ, ਉਸ ਦਾ ਆਪਾਂ ਨੂੰ ਕਿਵੇਂ ਪਤਾ ਲੱਗਦਾ। ਤਾਂ ਜਦੋਂ ਖੋਜ ਕੀਤੀ ਗਈ, ਐਕਸਕੇਵੇਸ਼ਨ ਵਗੈਰਾ ਕੀਤੀ ਗਈ ਤਾਂ ਪਾਇਆ ਗਿਆ ਕਿ ਜੋ ਆਪਣੀ ਇੱਕ ਜਗ੍ਹਾ ਹੈ ਸੁਨੇਤ, ਇਹ ਜਗ੍ਹਾ ਵਾਰ-ਵਾਰ ਰਿਪੀਟ ਹੋ ਰਹੀ ਆ ਇੰਡਸ ਵੈਲੀ ਸਿਵਲਾਈਜੇਸ਼ਨ ਤੋਂ ਲੈ ਕੇ। ਸੁਨੇਤ ਜਗ੍ਹਾ ਜਿਹੜੀ ਕਿ ਲੁਧਿਆਣਾ ਵਿੱਚ ਹੈ, ਇਸ ਜਗ੍ਹਾ 'ਤੇ ਕੁਝ ਪੋਇਟਰੀ ਮਿਲੀ ਸੀ। ਪੋਇਟਰੀ ਮੀਨਸ ਜਿੱਦਾਂ ਆਪਾਂ ਕੋਈ ਜਾਰ ਵਗੈਰਾ ਹੁੰਦਾ ਨਾ ਮਿੱਟੀ ਦਾ ਬਣਿਆ ਹੋਇਆ, ਇੱਕ ਪੋਇਟਰੀ ਮਿਲੀ ਸੀ, ਉਸ ਤੋਂ ਰੈੱਡ ਪੋਲਿਸ਼ ਕੀਤੀ ਹੋਈ ਸੀ। ਆਪਾਂ ਕਹਿ ਸਕਦੇ ਹਾਂ ਰੈੱਡ ਪੋਲਿਸ਼ਡ ਪੋਇਟਰੀ। ਜੋ ਰੈੱਡ ਪੋਲਿਸ਼ਡ ਪੋਇਟਰੀ ਸੀ ਉਹ ਸੁਨੇਤ ਵਿੱਚ ਮਿਲੀ ਸੀ ਅਤੇ ਉਸ ਤੋਂ ਇਹ ਸਿੱਧ ਹੁੰਦਾ ਹੈ ਕਿ ਜੋ ਗੁਪਤਾ ਏਜ ਸੀ ਉਹ ਪੰਜਾਬ ਨਾਲ ਵੀ ਕਿਤੇ ਨਾ ਕਿਤੇ ਸੰਬੰਧ ਰੱਖਦੀ ਸੀ। ਜੋ ਆਪਾਂ ਇੱਕ ਹੋਰ ਦੱਸਿਆ ਸੀਗਾ ਕਿ ਇਸ ਨੂੰ ਗੋਲਡਨ ਏਜ ਕਿਉਂ ਕਿਹਾ ਜਾਂਦਾ, ਇਸ ਨੂੰ ਆਰਟ ਦੇ ਕਰਕੇ, ਕਿਉਂਕਿ ਇਸ ਪੀਰੀਅਡ ਵਿੱਚ ਕਾਫੀ ਤਰ੍ਹਾਂ ਦਾ ਚੀਜ਼ਾਂ ਬਣੀਆਂ ਸੀਗੀਆਂ, ਵੱਖ ਆਰਟਸ ਬਣੇ ਸੀਗੇ, ਪੇਂਟਿੰਗ ਵਗੈਰਾ ਜਾਂ ਲਿਟਰੇਚਰ ਦੀ ਗੱਲ ਕਰੀਏ, ਕਾਫੀ ਲਿਟਰੇਚਰ ਵੀ ਲਿਖਿਆ ਗਿਆ ਸੀਗਾ। ਅਤੇ ਆਰਕੀਟੈਕਚਰ ਦੀ ਗੱਲ ਕਰੀਏ ਤਾਂ ਕਾਫੀ ਕੁਝ ਆਪਣੇ ਮੰਦਰ ਵਗੈਰਾ ਜਾਂ ਵੱਖ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਗਈਆਂ ਸੀ, ਤਾਂ ਕਰਕੇ ਇਸ ਨੂੰ ਗੋਲਡਨ ਏਜ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਗੁਪਤਾ ਪੀਰੀਅਡ ਤੋਂ ਬਾਅਦ ਜੋ ਪੀਰੀਅਡ ਸ਼ੁਰੂ ਹੁੰਦਾ ਉਹ ਵਰਧਨਾ ਦਾ ਪੀਰੀਅਡ ਸ਼ੁਰੂ ਹੁੰਦਾ ਹੈ। ਆਪਾਂ ਇਸ ਬਾਰੇ ਜ਼ਿਆਦਾ ਗੱਲ ਤਾਂ ਨਹੀਂ ਕਰ ਰਹੇ ਕਿਉਂਕਿ ਇਹਨਾਂ ਵਿੱਚੋਂ ਜੋ ਕੁਐਸਚਨ ਆਉਣੇ ਆ ਆਪਾਂ ਉਸ ਬਾਰੇ ਹੀ ਗੱਲ ਕਰ ਰਹੇ ਹਾਂ। ਤਾਂ ਜੋ ਇਸ ਦੀ ਡਿਟੇਲਡ ਹਿਸਟਰੀ ਜ਼ਿਆਦਾ ਆਪਾਂ ਜੋ ਗੋਲਡਨ ਆਪਣੇ ਗੁਪਤਾ ਪੀਰੀਅਡ ਦੀ ਗੱਲ ਕਰਦੇ ਹਾਂ ਉਹ ਇੰਡੀਅਨ ਹਿਸਟਰੀ ਵਿੱਚ ਕਰਦੇ ਹਾਂ। ਤਾਂ ਹੁਣ ਆਪਾਂ ਕਰਨਾ ਵਰਧਨ ਏਜ ਜਾਂ ਵਰਧਨ ਪੀਰੀਅਡ। ਤਾਂ ਇਹ ਜੋ ਵਰਧਨ ਪੀਰੀਅਡ ਹੈ ਇਸ ਦੀ ਜੇ ਆਪਾਂ ਗੱਲ ਕਰੀਏ ਕਿ ਇਹਦੀ ਫਾਊਂਡੇਸ਼ਨ ਕਦੋਂ ਹੋਈ ਸੀ ਜਾਂ ਇਸ ਕਦੋਂ ਸਥਾਪਿਤ ਕੀਤਾ ਗਿਆ ਸੀ, ਇਹ ਲਗਭਗ ਕੋਈ ਮਿਡਲ 6th ਸੈਂਚੁਰੀ ਵਿੱਚ ਕੀਤਾ ਗਿਆ ਸੀ ਨਾ। ਬਸ ਇੰਨਾ ਯਾਦ ਰੱਖਣਾ ਹੈ ਕਿ ਇਹ ਜੋ ਸਥਾਪਿਤ ਕੀਤਾ ਗਿਆ ਸੀ ਮਿਡਲ 6th ਸੈਂਚੁਰੀ, ਯਾਨੀ ਕਿ ਅੱਧ ਦੇ ਵਿੱਚ ਜਦੋਂ 6ਵੀਂ ਸੈਂਚੁਰੀ ਚੱਲ ਰਹੀ ਸੀ ਉਸ ਵਿੱਚ ਕੀਤਾ ਗਿਆ ਸੀ 550 ਦੇ ਅਰਾਊਂਡ, AD ਦੇ ਅਰਾਊਂਡ। ਤਾਂ ਇਸ ਦਾ ਜੋ ਫਾਊਂਡਰ, ਇਹ ਫਾਊਂਡ ਹੋਈ ਕਿੱਥੇ ਸੀ, ਇਹ ਇੰਪੋਰਟੈਂਟ ਕਿਉਂ ਹੈ ਕਿਉਂਕਿ ਇਹ ਜਿਹੜੀ ਫਾਊਂਡ ਹੋਈ ਸੀ ਮਤਲਬ ਜਿੱਥੇ ਸਥਾਪਿਤ ਕੀਤੀ ਗਈ ਸੀ ਪਹਿਲੀ ਵਾਰ ਇਹ ਡਾਇਨੈਸਟੀ, ਤਾਂ ਉਹ ਹੈਗੀ ਸੀ ਤਾਂ ਥਨੇਸ਼ਵਰ ਜਗ੍ਹਾ 'ਤੇ ਹੋਈ ਸੀ ਜਿਹੜੀ ਕਿ ਕੁਰੂਕਸ਼ੇਤਰ ਹਰਿਆਣਾ ਵਿੱਚ ਹੈ।
ਹੁਣ ਦੇਖੋ ਜਦੋਂ ਆਪਾਂ ਏਸ਼ੀਅਨ ਟਾਈਮ ਦੀ ਗੱਲ ਕਰਦੇ ਹਾਂ ਜਾਂ ਵੈਸੇ ਆਪਣੇ ਮੈਡੀਵਲ ਟਾਈਮ ਵਿੱਚ ਪੰਜਾਬ ਦੀ ਗੱਲ ਕਰੀਏ ਤਾਂ ਹਰਿਆਣਾ ਜੋ ਸੀ ਉਹ ਵੀ ਆਪਣੇ ਪੰਜਾਬ ਦਾ ਹੀ ਇੱਕ ਹਿੱਸਾ ਸੀ। ਤਾਂ ਕਰਕੇ ਇਸ ਬਾਰੇ ਗੱਲ ਹੋ ਰਹੀ ਆ ਜੋ ਵਰਧਨਾ ਏਜ ਸੀ ਜਾਂ ਵਰਧਨਾ ਡਾਇਨੈਸਟੀ ਦੀ ਗੱਲ ਕਰੀਏ, ਏਜ ਤਾਂ ਇੱਕ ਪੀਰੀਅਡ ਹੋ ਗਿਆ ਨਾ, ਕਿੰਨੇ ਟਾਈਮ ਤੋਂ ਲੈ ਕੇ ਵਰਧਨਾ ਨੇ ਕੀਤਾ ਸੀਗਾ ਰਾਜ, ਉਹ ਪੀਰੀਅਡ ਦੀ ਗੱਲ ਕੀਤਾ। ਤਾਂ ਡਾਇਨੈਸਟੀ ਜੋ ਸੀ ਉਹ ਸੀਗੀ ਵਰਧਨਾ ਡਾਇਨੈਸਟੀ। ਠੀਕ ਹੈ, ਇਹ ਗੱਲ ਰੱਖਣਾ ਜਦੋਂ ਏਜ ਦੀ ਗੱਲ ਆਉਂਦੀ ਆ, ਏਜ ਵਿੱਚ ਉਹ ਗੱਲ ਕੀਤੀ ਜਾਂਦੀ ਹੈ ਕਿ ਜੋ ਪੀਰੀਅਡ ਹੁੰਦਾ ਨਾ, ਖਾਸ ਪੀਰੀਅਡ ਜਿਸ ਵਿੱਚ ਵਰਧਨਾ ਡਾਇਨੈਸਟੀ ਨੇ ਰਾਜ ਕਰਿਆ ਸੀ, ਤਾਂ ਉਹ ਪੀਰੀਅਡ ਦੀ ਗੱਲ ਵਰਧਨਾ ਪੀਰੀਅਡ ਜਾਂ ਵਰਧਨਾ ਏਜ ਕਹਿ ਦਿੱਤਾ ਜਾਂਦਾ। ਅਸਲ ਵਿੱਚ ਡਾਇਨੈਸਟੀ ਦਾ ਨਾਮ ਵਰਧਨਾ ਡਾਇਨੈਸਟੀ ਸੀਗੀ। ਅਤੇ ਹੁਣ ਆਪਾਂ ਇਹਦੀ ਗੱਲ ਕਰਦੇ ਹਾਂ ਇਸ ਜਗ੍ਹਾ 'ਤੇ ਕਿਹਦੇ ਦੁਆਰਾ ਫਾਊਂਡ ਕੀਤੀ ਗਈ ਸੀ ਜਾਂ ਬਣਾਈ ਗਈ ਸੀ, ਤਾਂ ਉਸ ਦਾ ਨਾਮ ਹੈ ਪੁਸ਼ਯਪੱਠੀ। ਪੁਸ਼ਯਬੁੱਟੀ, ਇਹ ਨਾਮ ਯਾਦ ਰੱਖਣਾ। ਵਰਧਨਾ ਡਾਇਨੈਸਟੀ ਦੀ ਖੋਜ ਜਾਂ ਉਸ ਦਾ ਫਾਊਂਡਰ ਕੌਣ ਸੀ? ਪੁਸ਼ਯਪੱਠੀ, ਇਹ ਨਾਮ ਯਾਦ ਰੱਖਣਾ ਹੈ। ਕੁਝ 6th ਸੈਂਚੁਰੀ ਦੇ ਵਿੱਚ ਕੀਤਾ ਸੀ। ਠੀਕ ਹੈ, ਇਹ ਵੀ ਯਾਦ ਰੱਖਣੀ ਹੈ ਗੱਲ। ਉਸ ਤੋਂ ਬਾਅਦ 'ਚ ਆਪਾਂ ਗੱਲ ਕਰਦੇ ਹਾਂ ਕਿ ਵਰਧਨਾ ਡਾਇਨੈਸਟੀ ਦੇ ਅੰਡਰ ਲਾਰਜ ਪਾਰਟ ਸੀਗਾ ਆਪਣੇ ਪੰਜਾਬ ਦਾ। ਲਾਰਜ ਪਾਰਟ ਆਫ ਪੰਜਾਬ ਇਸ ਦੇ ਅੰਡਰ ਸੀਗਾ। ਤਾਂ ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਸ ਵਰਧਨਾ ਡਾਇਨੈਸਟੀ ਦਾ ਜੋ ਮੋਸਟ ਇੰਪੋਰਟੈਂਟ ਕਿੰਗ ਸੀ, ਕਿਉਂਕਿ ਆਪਾਂ ਉਸ ਜਦੋਂ ਵੀ ਆਪਾਂ ਕਿਸੇ ਡਾਇਨੈਸਟੀ ਬਾਰੇ ਗੱਲ ਕਰਦੇ ਹਾਂ ਜਾਂ ਕਿਸੇ ਰਾਜ ਕਿੰਗਡਮ ਵਗੈਰਾ ਦੀ ਗੱਲ ਕਰਦੇ ਹਾਂ, ਤਾਂ ਉਸ ਤੋਂ ਜ਼ਿਆਦਾਤਰ ਆਪਾਂ ਉਹਨਾਂ ਰਾਜਿਆਂ ਦੀ ਗੱਲ ਕਰਦੇ ਹਾਂ ਕਿ ਜਿਹੜੇ ਰਾਜੇ ਫੇਮਸ ਸੀਗੇ ਜਾਂ ਜ਼ਿਆਦਾ ਉਹਨਾਂ ਬਾਰੇ ਗੱਲ ਕੀਤੀ ਜਾਂਦੀ ਆ। ਤਾਂ ਇਸ ਦਾ ਜੋ ਮੋਸਟ ਇੰਪੋਰਟੈਂਟ ਕਹਿ ਲਈਏ, ਮੋਸਟ ਇੰਪੋਰਟੈਂਟ ਕਿੰਗ ਜੋ ਸੀ ਉਹ ਸੀ ਹਰਸ਼ਵਰਧਨ। ਇਸ ਦਾ ਮੋਸਟ ਇੰਪੋਰਟੈਂਟ ਜੋ ਕਿੰਗ ਸੀ ਹਰਸ਼ਵਰਧਨ। ਤਾਂ ਇਹ ਯਾਦ ਰੱਖਣਾ ਕਿ ਜੋ ਵਰਧਨਾ ਡਾਇਨੈਸਟੀ ਦਾ ਸੀ ਮੋਸਟ ਇੰਪੋਰਟੈਂਟ ਕਿੰਗ ਹਰਸ਼ਵਰਧਨ ਸੀ। ਤਾਂ ਇਸ ਨੇ ਕਦੋਂ ਕਿੰਗ ਬਣਿਆ ਸੀ ਵਰਧਨਾ ਡਾਇਨੈਸਟੀ ਦਾ, ਜਾਂ ਕਦੋਂ ਕਰੋਨ ਆਪਣਾ ਸਿਰ 'ਤੇ ਲਿਆ ਸੀ ਜਾਂ ਰਾਜਾ ਬਣਿਆ ਸੀ, ਤਾਂ ਉਹ 606 AD ਵਿੱਚ। ਅਤੇ ਹੁਣ ਆਪਾਂ ਜਦੋਂ ਗੱਲ ਡਾਇਨੈਸਟੀ ਦੀ ਗੱਲ ਕਰ ਰਹੇ, ਵਰਧਨਾ ਏਜ ਦੀ ਗੱਲ ਕਰ ਰਹੇ, ਪਰ ਜੋ ਵਰਧਨਾ ਐਰਾ ਹੈ ਉਹ ਜਦੋਂ ਸ਼ੁਰੂ ਕੀਤਾ ਸੀ, ਉਹ ਸ਼ੁਰੂ ਕੀਤਾ ਸੀਗਾ 606 ਵਿੱਚ ਹੀ, AD ਵਿੱਚ ਹੀ ਵਰਧਨਾ ਐਰਾ ਸ਼ੁਰੂ ਹੁੰਦਾ ਹੈ। ਇਹ ਯਾਦ ਰੱਖਣਾ ਹੈ 606 AD ਵਿੱਚ ਵਰਧਨਾ ਐਰਾ। ਜਦੋਂ ਡਾਇਨੈਸਟੀ ਦੀ ਗੱਲ ਹੋ ਰਹੀ ਹੋਵੇ ਤਾਂ ਉਹ ਯਾਦ ਰੱਖਣੀ ਹੈ ਮਿਡਲ 6th ਸੈਂਚੁਰੀ ਵਿੱਚ ਬਣੀ ਸੀ ਜਾਂ ਸਥਾਪਿਤ ਹੋਈ ਸੀ। ਅਤੇ ਇਸ ਦੇ ਐਰਾ ਦੀ ਗੱਲ ਹੋ ਜੇ, ਵਰਧਨ ਐਰਾ ਬਾਰੇ ਪੁੱਛ ਲਏ ਤਾਂ ਉਹ 606 AD ਵਿੱਚ ਹੈਗੀ ਸੀ, ਇਹ ਯਾਦ ਰੱਖਣਾ ਹੈ। ਤਾਂ ਫਿਰ ਇਸ ਦੇ ਰਿਲੇਟਿਡ ਇੱਕ ਹੋਰ ਇਹ ਗੱਲ ਹੈ ਕਿ ਇਸ ਟਾਈਮ ਪੀਰੀਅਡ ਵਿੱਚ ਚਾਈਨਾ ਦਾ ਟਰੈਵਲਰ ਇੱਥੇ ਆਪਣੇ ਆਇਆ ਸੀਗਾ। ਉਸ ਦਾ ਨਾਮ ਕੀ ਸੀਗਾ? ਹੁਇੰਗ ਸਟਾਂਗ। ਇੱਕ ਤਾਂ ਨਾ ਇਹਨਾਂ ਦੇ ਨਾਮ ਚਾਈਨਾ ਵਾਲਿਆਂ ਦੇ ਨਾਮ ਵੀ ਬੜੇ ਅਜੀਬ ਆ। ਤਾਂ ਚਾਈਨੀਜ਼ ਟਰੈਵਲਰ ਆਪਣੇ ਵਰਧਨ ਏਜ ਦੇ ਜਾਂ ਵਰਧਨ ਡਾਇਨੈਸਟੀ ਦੇ ਪੀਰੀਅਡ ਵਿੱਚ ਆਇਆ ਸੀ, ਉਸਦਾ ਨਾਮ ਸੀ ਹੁਇੰਗ ਸਟਾਂਗ। ਇਹ ਯਾਦ ਰੱਖਣਾ ਹੈ। ਹੁਣ ਆਪਾਂ ਇਸ ਤੋਂ ਬਾਅਦ ਵਰਧਨ ਪੀਰੀਅਡ ਤੋਂ ਬਾਅਦ ਗੱਲ ਕਰਦੇ ਹਾਂ ਮੁਸਲਿਮ ਇਨਵੇਜ਼ਨ ਦੀ। ਜਿਵੇਂ ਹੀ ਵਰਧਨ ਪੀਰੀਅਡ ਚੱਲ ਰਿਹਾ ਹੁੰਦਾ ਜਾਂ ਵਰਧਨ ਪੀਰੀਅਡ ਹੌਲੀ ਹੌਲੀ ਕਮਜ਼ੋਰ ਹੋਣਾ ਸ਼ੁਰੂ ਹੁੰਦਾ, ਤਾਂ ਧੀਰੇ ਧੀਰੇ ਇਸ ਵਿੱਚ ਜਿਵੇਂ
ਗੱਲ ਕਰਦੇ ਹਾਂ ਆਪਾਂ, ਜਦੋਂ ਕੋਈ ਕਿੰਗਡਮ ਕਮਜ਼ੋਰ ਹੋਣਾ ਸ਼ੁਰੂ ਹੋਏਗਾ ਤਾਂ ਇਸ ਦੇ ਜਿਹੜੇ ਵੱਖੋ ਵੱਖ ਪਾਰਟ ਹੋ ਗਏ ਸੀ ਉਹ ਇੰਡੀਪੈਂਡੈਂਟ ਹੋਣ ਲੱਗ ਪਏ, ਉੱਥੋਂ ਨਵੇਂ ਨਵੇਂ ਰਾਜਾ ਬਣਨ ਲੱਗ ਗਏ ਅਤੇ ਨਵੀਆਂ ਨਵੀਆਂ ਡਾਇਨੈਸਟੀਆਂ ਵਗੈਰਾ ਸ਼ੁਰੂ ਹੋਣ ਲੱਗ ਗਈਆਂ। ਤਾਂ ਇਵੇਂ ਹੀ ਇਸ ਦੇ ਕਮਜ਼ੋਰ ਹੋਣ ਦੇ ਨਾਲ, ਜਿਵੇਂ ਹੀ ਇਹ ਕਮਜ਼ੋਰ ਹੁੰਦਾ ਗਿਆ ਤਾਂ ਰਾਜਪੂਤ ਜੋ ਸੀ ਉਹ ਪਾਵਰ ਵਿੱਚ ਆ ਗਏ ਸੀ। ਅਤੇ ਆਪਾਂ ਹੁਣ ਮੁਸਲਿਮ ਇਨਵੇਜ਼ਨ ਦੀ ਗੱਲ ਕਰਦੇ ਹਾਂ ਪਹਿਲਾਂ। ਮੁਸਲਿਮ ਇਨਵੇਜ਼ਨ ਮੋਸਟ ਇੰਪੋਰਟੈਂਟ ਟੌਪਿਕ ਹੈ। ਮੁਸਲਿਮ ਇਨਵੇਜ਼ਨ ਨਾਲ ਕਾਫੀ ਕੁਐਸਚਨ ਪੁੱਟ ਕੀਤੇ ਜਾਂਦੇ ਆ, ਅਤੇ ਕਿਉਂਕਿ ਪੁੱਟ ਕਿਉਂ ਕੀਤੇ ਜਾਂਦੇ, ਹੁਣ ਇੱਥੇ ਇੰਪੋਰਟੈਂਟ ਇਹ ਗੱਲ ਆ ਕਿਉਂਕਿ ਜਦੋਂ ਮੁਸਲਿਮ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਜਦੋਂ ਵੀ ਕੋਈ ਬਾਹਰ ਦਾ ਰਾਜਾ ਆਪਣੇ ਇੰਡੀਆ ਵਿੱਚ ਐਂਟਰੀ ਕਰਦਾ ਸੀ ਤਾਂ ਉਹ ਪੰਜਾਬ ਵਾਲੇ ਰਸਤੇ ਤੋਂ ਹੀ ਕਰਦਾ ਸੀ। ਅਤੇ ਜੇ ਪੰਜਾਬ ਵਾਲੇ ਰਸਤੇ ਤੋਂ ਐਂਟਰੀ ਕਰਦਾ ਸੀ ਤਾਂ ਸਭ ਤੋਂ ਪਹਿਲਾਂ ਉਹ ਪੰਜਾਬ ਵਿੱਚ ਹੀ ਆਏਗਾ ਅਤੇ ਪੰਜਾਬ ਵਿੱਚ ਜੋ ਵੀ ਰਾਜਾ ਉੱਥੇ ਰੂਲ ਕਰ ਰਿਹਾ ਹੋਏਗਾ ਉਹਦੇ ਨਾਲ ਲੜਾਈ ਕਰੂਗਾ। ਤਾਂ ਇਸ ਕਰਕੇ ਉਹ ਜੋ ਵੀ ਬਾਹਰੋਂ ਆਉਂਦੇ ਆ ਉਹ ਆਪਣੇ ਪੰਜਾਬ ਦੀ ਹਿਸਟਰੀ ਨਾਲ ਜ਼ਰੂਰੀ ਹੋ ਜਾਂਦੇ ਆ, ਤਾਂ ਕਰਕੇ ਮੁਸਲਿਮ ਇਨਵੇਜ਼ਨ ਦਾ ਪਾਰਟ ਜ਼ਰੂਰੀ ਹੈ। ਬਾਕੀ ਜੋ ਆਪਾਂ ਗੁਪਤਾ ਏਜ ਦੀ ਗੱਲ ਕੀਤੀ, ਮੌਰੀਅਨਸ ਦੀ ਗੱਲ ਕੀਤੀ ਆ, ਉਹ ਸਾਰੇ ਹੀ ਇੱਥੋਂ ਦੇ ਸੀ, ਤਾਂ ਉਹਨਾਂ ਬਾਰੇ ਜ਼ਿਆਦਾ ਗੱਲ ਨਹੀਂ ਕੀਤੀ ਜਾਂਦੀ ਕਿਉਂਕਿ ਉਹ ਇੱਥੋਂ ਦੇ ਸੀ, ਬਟ ਉਹ ਆਪਣੇ ਇੰਡੀਆ ਦੇ ਵੱਖ ਵੱਖ ਭਾਗਾਂ ਵਿੱਚ ਵੀ ਉਹਨਾਂ ਨੇ ਰਾਜ ਸਥਾਪਿਤ ਕੀਤਾ ਹੋਇਆ ਸੀ। ਬਟ ਜਦੋਂ ਕੋਈ ਨਵਾਂ ਬੰਦਾ ਬਾਹਰੋਂ ਆਏਗਾ ਉਹ ਪੰਜਾਬ ਦੇ ਰਸਤੇ ਰਾਹੀਂ ਹੀ ਐਂਟਰੀ ਕਰੇਗਾ, ਤਾਂ ਜੇ ਉੱਥੋਂ ਐਂਟਰੀ ਕਰੇਗਾ ਤਾਂ ਪੰਜਾਬ ਵਿੱਚ ਤਾਂ ਉਸ ਬਾਰੇ ਗੱਲ ਹੋਵੇਗੀ। ਤਾਂ ਸਭ ਤੋਂ ਮਸ਼ਹੂਰ ਬੰਦਾ, ਤੇ ਜਿਹਨੂੰ ਆਪਾਂ ਬੁਰਾ ਵੀ ਕਹਿੰਦੇ ਹਾਂ, ਬਟ ਸਭ ਤੋਂ ਮਸ਼ਹੂਰ ਬੰਦੇ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਜਿਹਨੇ ਹਮਲਾ ਕੀਤਾ ਆਪਣੇ ਪੰਜਾਬ 'ਤੇ, ਉਹ ਸੀ ਮਹਿਮੂਦ ਗਜ਼ਨਵੀ, ਜਿਹਨੂੰ ਆਪਾਂ ਮੁਹੰਮਦ ਗਜ਼ਨਵੀ ਕਹਿੰਦੇ ਹਾਂ, ਮਹਿਮੂਦ ਗਜ਼ਨੀ, ਠੀਕ ਹੈ। ਇਹਨੂੰ ਮਹਿਮੂਦ ਗਜ਼ਨਵੀ ਵੀ ਕਿਹਾ ਜਾਂਦਾ ਅਤੇ ਮਹਿਮੂਦ ਗਜ਼ਨੀ ਵੀ। ਇਸ ਨੇ ਟੋਟਲ ਆਪਣੇ ਪੰਜਾਬ 'ਤੇ 17 ਅਟੈਕ ਕੀਤੇ ਸੀ। ਇਹ ਯਾਦ ਰੱਖਣਾ, ਕਿੰਨੇ ਹਮਲੇ ਕੀਤੇ ਸੀ ਮਹਿਮੂਦ ਗਜ਼ਨਵੀ ਨੇ? 17 ਹਮਲੇ ਕੀਤੇ ਸੀ। ਅਤੇ ਉਸਦਾ ਟਾਈਮ ਪੀਰੀਅਡ ਕੀ ਹੈ ਹਮਲੇ ਕਰਨ ਦਾ, ਕਿੱਥੋਂ ਲੈ ਕੇ ਕਿੰਨੇ ਟਾਈਮ ਪੀਰੀਅਡ ਤੱਕ ਕੀਤੇ ਸੀ? ਤਾਂ ਉਹ ਲਗਭਗ 1000 AD ਤੋਂ 1078 AD ਤੱਕ ਲਗਾਤਾਰ ਹਮਲੇ ਕਰਦਾ ਰਿਹਾ ਸੀ। ਅਤੇ ਉਸ ਸਮੇਂ ਜਦੋਂ ਇਹ ਹਮਲੇ ਕਰ ਰਿਹਾ ਸੀ ਜਾਂ ਉਸਨੇ ਪਹਿਲਾ ਹਮਲਾ ਕੀਤਾ ਸੀ, ਉਸ ਸਮੇਂ ਆਪਣੇ ਜੋ ਪੰਜਾਬ ਦਾ ਏਰੀਆ ਰੀਜਨ ਸੀ ਉੱਥੋਂ ਦਾ ਰਾਜਾ ਕਿਹੜਾ ਸੀ ਇਹ ਯਾਦ ਰੱਖਣਾ। ਤਾਂ ਉੱਥੋਂ ਦਾ ਜੋ ਰਾਜਾ ਸੀ, ਰਾਜੇ ਦਾ ਨਾਮ ਕੀ ਸੀ? ਰਾਜਾ ਜੈਪਾਲ। ਇਹ ਇੰਪੋਰਟੈਂਟ ਕੁਐਸਚਨ ਆ, ਇਹ ਪੁੱਛਿਆ ਜਾ ਸਕਦਾ ਕਿ ਜਦੋਂ ਮਹਿਮੂਦ ਗਜ਼ਨਵੀ ਨੇ ਹਮਲਾ ਕੀਤਾ ਸੀ ਉਸ ਸਮੇਂ ਆਪਣੇ ਪੰਜਾਬ ਦਾ ਰਾਜਾ ਕਿਹੜਾ ਸੀ, ਜਾਂ ਪੰਜਾਬ 'ਤੇ ਕਿਹੜਾ ਰਾਜਾ ਰਾਜ ਕਰ ਰਿਹਾ ਸੀ? ਤਾਂ ਉਹ ਸੀ ਰਾਜਾ ਜੈਪਾਲ। ਜੋ ਰਾਜਾ ਜੈਪਾਲ ਸੀ ਇਹ ਕਿਹੜੀ ਡਾਇਨੈਸਟੀ ਦਾ ਰਾਜਾ ਸੀ? ਤਾਂ ਉਹ ਡਾਇਨੈਸਟੀ ਸੀ ਹਿੰਦੂਸਾਨੀ। ਇਹ ਡਾਇਨੈਸਟੀ ਸੀ ਹਿੰਦੂਸਾਨੀ, ਜਿਹਦਾ ਰਾਜਾ ਜੈਪਾਲ ਸੀਗਾ, ਉਹ ਉਸ ਸਮੇਂ ਪੰਜਾਬ 'ਤੇ ਰੂਲ ਕਰ ਰਿਹਾ ਸੀ। ਇਹ ਹਿੰਦੂਸਾਨੀ ਡਾਇਨੈਸਟੀ ਕਿੱਥੇ ਸੀ, ਜਾਂ ਰਾਜਾ ਕਿੱਥੇ ਰਾਜ ਕਰ ਰਿਹਾ ਸੀ? ਤਾਂ ਸਰਹਿੰਦ 'ਤੇ। ਇਹ ਯਾਦ ਰੱਖਣਾ, ਕਿੱਥੇ ਰਾਜਾ ਰਾਜ ਕਰ ਰਿਹਾ ਸੀਗਾ, ਉੱਥੋਂ ਦਾ ਰਾਜਾ ਕਿਹੜਾ ਸੀ, ਇਹ ਸਾਰੀਆਂ ਕੁਝ ਚੀਜ਼ਾਂ ਯਾਦ ਰੱਖਣੀਆਂ। ਸਰਹਿੰਦ ਦਾ ਰਾਜ ਪਾਟ ਕਿੱਥੋਂ ਲੈ ਕੇ ਕਿੰਨਾ ਤੱਕ ਸੀ? ਤਾਂ ਸਰਹਿੰਦ ਤੋਂ ਲੈ ਕੇ ਲੰਪਕਾ, ਸਰਹਿੰਦ ਤੋਂ ਲੰਪਕਾ ਤੱਕ ਸੀ। ਹੁਣ ਜੇ ਆਪਾਂ ਗੱਲ ਕਰਦੇ ਹਾਂ ਲੰਪਕਾ ਜਿਹੜੀ ਜਗ੍ਹਾ ਹੈਗੀ ਆ ਆਪਣੇ ਹੁਣ ਇਸ ਸਮੇਂ ਮਾਡਰਨ ਪੰਜਾਬ ਦੀ ਜਗ੍ਹਾ ਦੀ ਗੱਲ ਕਰੀਏ ਤਾਂ ਉਹ ਕੀ ਨਾਮ ਆ? ਲੰਮਗਾਟਨ ਜਗ੍ਹਾ ਦਾ ਨਾਮ ਹੈ। ਅਤੇ ਇਸ ਦੀ ਜੋ ਇਹ ਤਾਂ ਉੱਥੇ ਰਾਜ ਕਰ ਰਿਹਾ ਸੀ, ਅਤੇ ਇਸ ਦੀ ਜੋ ਕੈਪੀਟਲ ਸੀ, ਕੈਪੀਟਲ ਕੀ ਸੀ? ਕੈਪੀਟਲ ਬਠਿੰਡਾ ਸੀ। ਇਸ ਦੀ ਕੈਪੀਟਲ ਬਠਿੰਡਾ ਸੀ, ਪਰ ਬਾਅਦ ਵਿੱਚ ਕੀ ਕੀਤਾ,
ਹਿੰਦੁਸ਼ਾਨੀ ਜੋ ਡਾਇਨੈਸਟੀ ਦੇ ਸੀਗੇ ਉਹਨਾਂ ਦੇ ਰਾਜੇ। ਸਭ ਤੋਂ ਪਹਿਲਾਂ ਇਸ ਦੀ ਕੈਪੀਟਲ ਬਠਿੰਡਾ ਸੀ, ਫਿਰ ਇੱਥੋਂ ਚੇਂਜ ਕਰਕੇ ਫਿਰ ਦੁਬਾਰਾ ਸਰਹਿੰਦ ਬਣਾ ਦਿੱਤੀ ਗਈ। ਇਹ ਯਾਦ ਰੱਖਣਾ ਕਿ ਕੈਪੀਟਲ ਕਿਸੇ ਟਾਈਮ ਬਠਿੰਡਾ ਵੀ ਸੀ, ਫਿਰ ਚੇਂਜ ਕਰਕੇ ਸਰਹਿੰਦ ਬਣਾ ਦਿੱਤੀ ਗਈ ਆ। ਅਤੇ ਜਿਵੇਂ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਹਾਂ, ਇਹ ਯਾਦ ਰੱਖਣਾ ਮੁਹੰਮਦ ਗਜ਼ਨਵੀ ਨੇ ਸਭ ਤੋਂ ਪਹਿਲਾਂ ਜੋ ਮੁਸਲਿਮ ਸੀ ਉਹ ਇਹਨੇ ਹਮਲਾ ਕੀਤਾ ਸੀ। ਪਰ ਮੁਹੰਮਦ ਗਜ਼ਨਵੀ ਨੇ ਹਮਲਾ ਕਰਦਾ ਸੀ ਪਰ ਇੱਥੇ ਰਾਜ ਇਸਟੈਬਲਿਸ਼ ਨਹੀਂ ਕੀਤਾ। ਮੁਹੰਮਦ ਗਜ਼ਨਵੀ ਆਉਂਦਾ ਸੀ, ਹਮਲਾ ਕਰਦਾ ਸੀ, ਮੰਦਰ ਤੋੜਦਾ ਸੀ, ਲੁੱਟ ਪਾਟ ਕਰਦਾ ਸੀਗਾ ਅਤੇ ਵਾਪਸ ਚਲਾ ਜਾਂਦਾ ਸੀ। ਇਸ ਦਾ ਮਕਸਦ ਇਹ ਨਹੀਂ ਸੀ ਕਿ ਇੱਥੇ ਆਪਣੀ ਡਾਇਨੈਸਟੀ ਸਥਾਪਿਤ ਕਰ ਲਵੇ ਜਾਂ ਇੱਥੇ ਆ ਕੇ ਆਪਣਾ ਰਾਜ ਪਾਟ ਬਣਾ ਲਵੇ। ਇਹ ਜਿੰਨੇ ਵੀ ਨੇ ਹਮਲੇ ਕੀਤੇ ਆ, ਹਰ ਇੱਕ ਹਮਲੇ ਵਿੱਚ ਇਹਨੇ ਕੀ ਕੀਤਾ, ਆਪਣੇ ਇੱਥੇ ਜੋ ਹਿੰਦੂਆਂ ਦੇ ਮੰਦਰ ਸੀ ਉਹਨਾਂ ਨੂੰ ਤੋੜਿਆ, ਜਾਂ ਰਾਜੇ ਸੀਗੇ ਉਹਨਾਂ ਨੂੰ ਲੜਾਈ ਕਰਕੇ ਉਹਨਾਂ ਦਾ ਖਜ਼ਾਨਾ ਸੀਗਾ ਜਿੰਨਾ ਵੀ ਉਹ ਇੱਥੋਂ ਲੈ ਕੇ ਚਲਾ ਜਾਂਦਾ ਸੀ। ਮਤਲਬ ਲੁੱਟ ਕਰਨ ਵਾਸਤੇ ਆਉਂਦਾ ਸੀ, ਇੱਥੇ ਉਸ ਦਾ ਰਹਿਣ ਦਾ ਕੋਈ ਵੀ ਇਰਾਦਾ ਨਹੀਂ ਸੀ। ਇਸ ਕਰਕੇ ਮੁਹੰਮਦ ਗਜ਼ਨਵੀ ਇੱਥੇ ਸੈਟਲਮੈਂਟ ਜਾਂ ਉਸਨੇ ਕੋਈ ਸੈਟਲਮੈਂਟ ਨਹੀਂ ਕੀਤੀ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਹਾਂ ਮੁਹੰਮਦ ਗਜ਼ਨਵੀ ਤੋਂ, ਜਿਵੇਂ ਮੁਹੰਮਦ ਗਜ਼ਨਵੀ ਆਉਂਦਾ ਸੀ ਵਾਰ-ਵਾਰ ਇਸਨੇ ਹਮਲਾ ਕੀਤਾ। ਹਮਲਾ ਕਰਨ ਨਾਲ ਜੋ ਰਾਜਾ ਜੈਪਾਲ ਸੀ ਜਾਂ ਜੋ ਹਿੰਦੂ ਕੁਛ ਆਪਣਾ ਹਿੰਦੁਸਤਾਨੀ ਡਾਇਨੈਸਟੀ ਦੀ ਗੱਲ ਕਰੀਏ, ਇਹ ਹੌਲੀ-ਹੌਲੀ ਕਮਜ਼ੋਰ ਹੋਣੀ ਸ਼ੁਰੂ ਹੋ ਗਈ। ਜਿਵੇਂ ਇੱਕ ਆਪਾਂ ਹੁਣ ਇਹ ਤਾਂ ਦੇਖ ਹੀ ਲਿਆ, ਜਦੋਂ ਕੋਈ ਡਾਇਨੈਸਟੀ ਕਮਜ਼ੋਰ ਹੁੰਦੀ ਆ ਤਾਂ ਧੀਰੇ ਧੀਰੇ ਹੌਲੇ ਨੇੜੇ ਨੇੜੇ ਦੇ ਜੋ ਛੋਟੇ ਛੋਟੇ ਰਾਜ ਹੁੰਦੇ ਆ ਇੰਡੀਪੈਂਡੈਂਟ ਹੋਣੇ ਸ਼ੁਰੂ ਹੋ ਜਾਂਦੇ ਆ ਅਤੇ ਆਪਣਾ ਰਾਜ ਇਸਟੈਬਲਿਸ਼ ਕਰਨਾ ਸ਼ੁਰੂ ਕਰ ਦਿੰਦੇ ਆ। ਤਾਂ ਜਿਵੇਂ ਹੀ ਹਿੰਦੂਕੁਸ਼ ਨਾਮ ਯਾਦ ਆ ਜਾਂਦਾ ਪਹਾੜਾਂ ਦਾ ਆਪਣੇ ਪੰਜਾਬ ਦੇ ਉੱਪਰ ਜੋ ਹੈਗੇ ਆ, ਅਤੇ ਜੋ ਹਿੰਦੁਸਤਾਨੀ ਡਾਇਨੈਸਟੀ ਸੀ ਕਮਜ਼ੋਰ ਹੋਈ ਤਾਂ ਫਿਰ ਜੋ ਪਾਵਰ ਵਿੱਚ ਆਏ ਉਹ ਸਨ ਚੌਹਾਨਸ। ਤਾਂ ਜਿਵੇਂ ਹੀ ਇੱਥੇ ਲਿਖਦਾ ਜਿਵੇਂ ਹੀ ਆਪਣੀ ਹਿੰਦੁਸਤਾਨੀ ਡਾਇਨੈਸਟੀ ਕਮਜ਼ੋਰ ਹੋਈ ਤਾਂ ਚੌਹਾਨਾਂ ਨੇ ਆਪਣੀ ਪਾਵਰ ਰਾਈਜ਼ ਕਰਨੀ ਸ਼ੁਰੂ ਕਰਤੀ, ਆਪਣੀ ਪਾਵਰ ਵਧਾਉਣੀ ਸ਼ੁਰੂ ਕਰ ਦਿੱਤੀ ਅਤੇ ਆਪਣਾ ਕੰਟਰੋਲ ਹੌਲੇ ਪੰਜਾਬ 'ਤੇ ਕਰਨਾ ਸ਼ੁਰੂ ਕਰ ਦਿੱਤਾ। ਤਾਂ ਚੌਹਾਨ ਦਾ ਜੋ ਪਹਿਲਾ ਰਾਜਾ ਸੀ ਫਸਟ ਕਿੰਗ ਜਾਂ ਰੂਲਰ, ਇਸ ਨੇ ਅਜਮੇਰ 'ਤੇ ਆਪਣਾ ਰਾਜ ਇਸਟੈਬਲਿਸ਼ ਕੀਤਾ ਸੀ। ਅਤੇ ਇਹ ਕਦੋਂ ਕੀਤਾ ਸੀ? ਅਤੇ ਉਸ ਤੋਂ ਬਾਅਦ ਅਜਮੇਰ ਤੋਂ ਬਾਅਦ ਲਗਭਗ 1164 AD ਵਿੱਚ ਇਸ ਨੇ ਦਿੱਲੀ ਨੂੰ ਆਪਣੇ ਕਬਜ਼ੇ ਦੇ ਅੰਡਰ ਲੈ ਲਿਆ ਸੀ। ਦਿੱਲੀ ਨੂੰ 1164 AD ਵਿੱਚ ਸਭ ਤੋਂ ਪਹਿਲਾਂ ਜੋ ਕਿੰਗ ਸੀਗਾ ਉਸਦਾ ਉਸਨੇ ਰਾਜਾ ਸੀ, ਉਸਨੇ 1164 ਵਿੱਚ ਦਿੱਲੀ ਨੂੰ ਆਕੂਪਾਈ ਕਰ ਲਿਆ ਸੀ। ਪਹਿਲਾਂ ਸਭ ਤੋਂ ਅਜਮੇਰ ਵਿੱਚ ਉਸਨੇ ਆਪਣੀ ਡਾਇਨੈਸਟੀ ਬਣਾਈ ਸੀ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਇਸ ਦਾ ਜੋ ਚੌਹਾਨ ਦਾ ਜੋ ਟੈਰੀਟਰੀ ਸੀ ਜਾਂ ਕਿੰਨਾ ਏਰੀਆ ਉਹਨਾਂ ਕੋਲ ਸੀ, ਤਾਂ ਉਹ ਦਿੱਲੀ ਤੋਂ ਲੈ ਕੇ ਸਤਲੁਜ ਰਿਵਰ ਹੈ ਉਸ ਦੇ ਅਰਾਊਂਡ ਉਹਦੇ ਵਿੱਚ ਹੀ ਇਹਨਾਂ ਕੋਲ ਏਰੀਆ ਸੀ। ਅਤੇ ਇਹਨਾਂ ਦੇ ਟਾਈਮ ਵਿੱਚ ਆਪਣੇ ਇੱਕ ਸਰਹਿੰਦ ਅਤੇ ਦੂਸਰੇ ਦੀ ਗੱਲ ਕਰੀਏ ਬਠਿੰਡਾ, ਇਹ ਦੋ ਜੋ ਜਗ੍ਹਾਵਾਂ ਸੀ ਇਹ ਮਿਲਟਰੀ ਸਟੇਸ਼ਨ ਸਨ ਚੌਹਾਨਾਂ ਦੇ। ਇਹ ਦੋ ਥਾਵਾਂ ਇੰਪੋਰਟੈਂਟ ਸਨ। ਇਸ ਕਰਕੇ ਆਪਾਂ ਗੱਲ ਕਰ ਰਹੇ ਹਾਂ ਕਿ ਬਠਿੰਡਾ ਵਿੱਚ ਇਹਨਾਂ ਦਾ ਮਿਲਟਰੀ ਸਟੇਸ਼ਨ ਸੀ ਅਤੇ ਇਹ ਆਪਣੇ ਪੰਜਾਬ ਦੀ ਹਿਸਟਰੀ ਲਈ ਜ਼ਰੂਰੀ ਹੋ ਸਕਦਾ।
ਇਹ ਯਾਦ ਰੱਖਣਾ ਚੌਹਾਨਸ ਨੇ ਜੋ ਜਦੋਂ ਆਪਣੇ ਹਿੰਦੁਸਤਾਨੀ ਕਮਜ਼ੋਰ ਹੋਏ, ਚੌਹਾਨ ਆਪਣੀ ਪਾਵਰ ਰਾਈਜ਼ ਕਰਨੀ ਸ਼ੁਰੂ ਕਰ ਦਿੱਤੀ। ਅਤੇ ਉਸ ਤੋਂ ਬਾਅਦ ਜਦੋਂ ਪਹਿਲਾ ਕਿੰਗ ਸੀ ਉਹ ਅਜਮੇਰ ਵਿੱਚ ਬਣਿਆ ਸੀ, ਅਤੇ ਉਸਨੇ 1164 ਵਿੱਚ ਦਿੱਲੀ 'ਤੇ ਕਬਜ਼ਾ ਕੀਤਾ। ਅਤੇ ਇਹਨਾਂ ਦਾ ਰਾਜ ਪਾਟ ਜੋ ਸੀ ਦਿੱਲੀ ਤੋਂ ਲੈ ਕੇ ਸਤਲੁਜ ਤੱਕ ਸੀ। ਸਤਲੁਜ ਆਪਣੇ ਪੰਜਾਬ ਦੀ ਨਦੀ ਆ, ਤਾਂ ਪੰਜਾਬ ਦਾ ਏਰੀਆ ਵੀ ਇਹਨਾਂ ਦੇ ਅੰਡਰ ਸੀ, ਚੌਹਾਨਾਂ ਦੀ। ਉਸ ਤੋਂ ਬਾਅਦ ਸਰਹਿੰਦ ਅਤੇ ਬਠਿੰਡਾ ਜੋ 2 ਥਾਵਾਂ ਸੀ, ਉਹ ਇਹਨਾਂ ਦੇ ਮਿਲਟਰੀ ਸਟੇਸ਼ਨ ਸਨ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਰਹੇ ਹਾਂ ਇਹਨਾਂ ਦੀ, ਤਾਂ ਇਸ ਦਾ ਜੋ ਅੱਗੇ ਨੈਕਸਟ ਫੇਮਸ ਜਾਂ ਕਹਿ ਲਓ ਜਾਂ ਮਸ਼ਹੂਰ ਚੌਹਾਨਾਂ ਦਾ ਰਾਜਾ ਕਹਿ ਲਓ, ਤਾਂ ਉਹ ਸੀ ਪ੍ਰਿਥਵੀ ਰਾਜ ਚੌਹਾਨ। ਉਸ ਬਾਰੇ ਤੁਸੀਂ ਸੁਣਿਆ ਹੋਣਾ, ਪ੍ਰਿਥਵੀ ਰਾਜ ਚੌਹਾਨ। ਤਾਂ ਜਿਵੇਂ ਪ੍ਰਿਥਵੀ ਰਾਜ ਚੌਹਾਨ ਦਾ ਟਾਈਮ ਆਉਂਦਾ, ਟਾਈਮ ਪੀਰੀਅਡ ਆਉਂਦਾ ਪ੍ਰਿਥਵੀ ਰਾਜ ਚੌਹਾਨ ਦਾ, ਪ੍ਰਿਥਵੀ ਰਾਜ ਚੌਹਾਨ, ਜਦੋਂ ਟਾਈਮ ਪੀਰੀਅਡ ਪ੍ਰਿਥਵੀ ਰਾਜ ਚੌਹਾਨ ਦਾ ਆਉਂਦਾ, ਉਸ ਸਮੇਂ ਦੂਸਰਾ ਮੁਸਲਿਮ ਇਨਵੇਜ਼ਨ ਆਉਂਦਾ ਜਾਂ ਦੂਸਰਾ ਮੁਸਲਿਮ ਰੂਲਰ ਆਪਣੇ ਇੰਡੀਆ 'ਤੇ ਹਮਲਾ ਕਰਦਾ। ਤਾਂ ਉਸ ਦਾ ਨਾਮ ਕੀ ਸੀ? ਮੁਹੰਮਦ ਗੌਰੀ। ਇਸ ਤੋਂ ਪਹਿਲਾਂ ਜੋ ਆਇਆ ਸੀ ਮੁਹੰਮਦ ਗਜ਼ਨਵੀ ਸੀ, ਮਹਿਮੂਦ ਗਜ਼ਨਵੀ ਸੀ, ਅਤੇ ਇਹ ਸੀ ਮੁਹੰਮਦ ਗੌਰੀ। ਤਾਂ ਪਹਿਲਾਂ ਜੋ ਆਇਆ ਗਜ਼ਨੀ ਆਇਆ ਸੀ, ਉਹ ਸਿਰਫ ਲੁੱਟਮਾਰ ਕਰਨ ਆਉਂਦਾ ਸੀ। ਪਰ ਜੋ ਇਹ ਮੁਹੰਮਦ ਗੌਰੀ ਆਇਆ ਸੀ, ਇਹ ਆਪਣੇ ਇੱਥੇ ਇੰਡੀਆ ਵਿੱਚ ਆਪਣਾ ਇੰਪਾਇਰ ਇਸਟੈਬਲਿਸ਼ ਕਰਨ ਲਈ ਆਇਆ ਸੀ। ਤਾਂ ਇਸ ਨੂੰ ਇਸ ਕਰਕੇ ਫਾਊਂਡਰ ਆਫ, ਰੀਅਲ ਫਾਊਂਡਰ ਆਫ ਮੁਸਲਿਮ, ਰੀਅਲ ਫਾਊਂਡਰ ਆਫ ਮੁਸਲਿਮ ਕਿਹਾ ਜਾਂਦਾ, ਕਿਉਂਕਿ ਇਸ ਨੇ ਸਭ ਤੋਂ ਪਹਿਲਾਂ ਇਸ ਨੇ ਹੀ ਆਪਣੇ ਪੰਜਾਬ ਜਾਂ ਇੰਡੀਆ ਦੀ ਹਿਸਟਰੀ ਵਿੱਚ ਇੰਡੀਆ 'ਤੇ ਜਾਂ ਪੰਜਾਬ 'ਤੇ ਕਬਜ਼ਾ ਜਾਂ ਆਪਣਾ ਇੰਪਾਇਰ ਇਸਟੈਬਲਿਸ਼ ਕੀਤਾ ਸੀ। ਇਸ ਤੋਂ ਪਹਿਲਾਂ ਕੋਈ ਵੀ ਮੁਸਲਿਮ ਨਹੀਂ ਆਇਆ ਸੀ, ਹਮਲਾ ਕੀਤਾ, ਲੁੱਟ ਕੇ ਵਾਪਸ ਚਲਾ ਗਿਆ, ਅਤੇ ਕੋਈ ਵੀ ਇੰਪਾਇਰ ਇਸਟੈਬਲਿਸ਼ ਨਹੀਂ ਕੀਤਾ। ਤਾਂ ਸਭ ਤੋਂ ਪਹਿਲਾਂ ਜਦੋਂ ਮੁਹੰਮਦ ਗੌਰੀ ਆਇਆ ਸੀ 1191 AD, 1191 AD ਵਿੱਚ ਮੁਹੰਮਦ ਗੌਰੀ ਅਤੇ ਪ੍ਰਿਥਵੀ ਰਾਜ ਚੌਹਾਨ ਵਿੱਚ ਯੁੱਧ ਹੁੰਦਾ। ਉਹ ਬੈਟਲ ਦਾ ਨਾਮ ਕੀ ਆ? ਬੈਟਲ ਆਫ ਤਰਾਇਨ, ਤਰਾਇਨ ਜਾਂ ਤਰੈਨ, ਇਹ ਯਾਦ ਰੱਖਣਾ, ਬੈਟਲ ਆਫ ਤਰੈਨ। ਇਹ ਜੋ ਬੈਟਲ ਸੀ 1991 ਵਿੱਚ ਹੋਈ ਸੀ, ਇਹ ਫਸਟ ਬੈਟਲ ਸੀ, ਪਹਿਲੀ ਬੈਟਲ ਸੀ। ਇਹਨੂੰ ਆਪਾਂ ਪਹਿਲੀ ਕਿਉਂ ਕਹਿੰਦੇ ਹਾਂ? ਕਿਉਂਕਿ ਇਸ ਤੋਂ ਬਾਅਦ ਦੂਸਰੀ ਹੋਈ ਸੀ, ਤਾਂ ਕਰਕੇ ਇਹਨੂੰ ਪਹਿਲੀ ਬੈਟਲ ਕਹਿ ਦਿੱਤਾ ਜਾਂਦਾ। 1991 AD ਵਿੱਚ ਬੈਟਲ ਆਫ ਤਰੈਨ ਹੋਈ ਸੀ। ਹੋਈ ਕਿਹਦੇ ਵਿਚਕਾਰ ਸੀ? ਪ੍ਰਿਥਵੀ ਰਾਜ ਚੌਹਾਨ ਅਤੇ ਮੁਹੰਮਦ ਗੌਰੀ। ਅਤੇ ਇਸ ਬੈਟਲ ਵਿੱਚ ਜਿੱਤ ਕਿਸ ਦੀ ਹੋਈ ਸੀ? ਪ੍ਰਿਥਵੀ ਰਾਜ ਚੌਹਾਨ ਦੀ। ਇਹ ਯਾਦ ਰੱਖਣਾ, ਫਸਟ ਬੈਟਲ ਆਫ ਤਰੈਨ ਜੋ ਹੋਈ ਸੀ, ਉਹ ਪ੍ਰਿਥਵੀ ਰਾਜ ਚੌਹਾਨ ਅਤੇ ਮੁਹੰਮਦ ਗੌਰੀ ਵਿਚਕਾਰ ਹੋਈ ਸੀ। ਤਾਂ ਉਸ ਵਿੱਚ ਜਿੱਤਿਆ ਕੌਣ ਸੀ? ਪ੍ਰਿਥਵੀ ਰਾਜ ਚੌਹਾਨ। ਅਤੇ ਇਸ ਜਿੱਤ ਤੋਂ ਬਦਲੇ ਉਸ ਤੋਂ ਬਾਅਦ ਜੋ ਮੁਹੰਮਦ ਗੌਰੀ ਸੀ ਉਹ ਵਾਪਸ ਚਲਾ ਗਿਆ, ਬਟ ਉਸਨੇ ਪੈਰ ਆਪਣੇ ਜਲਦੀ ਹੀ ਵਾਪਸ ਇੰਡੀਆ ਵੱਲ ਮੋੜੇ। ਦੇ ਪੈਰ ਮੋੜੇ ਤਾਂ ਫਿਰ ਦੁਬਾਰਾ ਬੈਟਲ ਹੋਈ ਪ੍ਰਿਥਵੀ ਰਾਜ ਚੌਹਾਨ ਅਤੇ ਮੁਹੰਮਦ ਗੌਰੀ ਦੇ ਵਿਚਕਾਰ। ਮੁਹੰਮਦ ਗੌਰੀ ਠੀਕ ਹੈ ਜੀ। ਪ੍ਰਿਥਵੀ ਰਾਜ ਚੌਹਾਨ ਅਤੇ ਮੁਹੰਮਦ ਗੌਰੀ ਦੇ ਵਿਚਕਾਰ ਫਿਰ ਦੁਬਾਰਾ ਬੈਟਲ ਹੁੰਦੀ ਆ, ਅਤੇ ਉਹ ਬੈਟਲ ਨੂੰ ਆਪਾਂ ਨਾਮ ਦਿੰਦੇ ਹਾਂ ਸੈਕਿੰਡ ਜਾਂ ਦੂਜੀ ਬੈਟਲ ਆਫ ਤਰੈਨ। ਇਹ ਆਪਣੀ
1192 AD ਵਿੱਚ ਹੁੰਦੀ ਹੈ। ਤੇ ਹੁਣ ਇੱਥੇ ਕੌਣ ਜਿੱਤਦਾ? ਹੁਣ ਇੱਥੇ ਜਿੱਤਦਾ ਮੁਹੰਮਦ ਗੌਰੀ, ਕਿਉਂਕਿ ਉਹ 1 ਸਾਲ ਬਾਅਦ ਆਉਂਦਾ ਦੁਬਾਰਾ ਆਪਣੀ ਤਾਕਤ ਨੂੰ ਵਧਾ ਕੇ, ਆਪਣੀ ਆਰਮੀ ਨੂੰ ਵਧਾ ਕੇ ਤਾਂ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਦਿੰਦਾ ਤੇ ਜਿੱਤਦਾ ਮੁਹੰਮਦ ਗੌਰੀ ਹੈ ਸੈਕਿੰਡ ਬੈਟਲ ਆਫ ਤਰਾਇਨ ਦੇ ਵਿੱਚ। ਇਸ ਤੋਂ ਬਾਅਦ ਮੁਹੰਮਦ ਗੌਰੀ ਨੇ ਲਗਾਤਾਰ ਕਾਫੀ ਬੈਟਲਸ ਲੜੀਆਂ ਸੀ, ਬਟ ਆਪਾਂ ਉਹਨਾਂ ਬਾਰੇ ਗੱਲ ਨਹੀਂ ਕਰਾਂਗੇ। ਫਿਰ ਤੋਂ ਦੁਬਾਰਾ ਉਹੀ ਗੱਲ, ਆਪਾਂ ਪੰਜਾਬ ਹਿਸਟਰੀ ਕਰ ਰਹੇ ਹਾਂ ਤਾਂ ਪੰਜਾਬ ਨਾਲ ਰਿਲੇਟਡ ਹੀ ਗੱਲ ਕਰਾਂਗੇ। ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਮੁਹੰਮਦ ਗੌਰੀ ਨੇ ਜਦੋਂ ਚੌਹਾਨ ਪ੍ਰਿਥਵੀ ਰਾਜ ਚੌਹਾਨ ਨੂੰ ਹਰਾ ਦਿੱਤਾ ਤਾਂ ਇੰਡੀਆ ਵਿੱਚ ਸਭ ਤੋਂ ਪਹਿਲਾਂ ਮੁਸਲਿਮ ਰਾਜ ਇਸਟੈਬਲਿਸ਼ ਹੋ ਗਿਆ। ਤੇ ਆਪਾਂ ਕਹਿ ਸਕਦੇ ਹਾਂ ਕਿ ਜੋ ਦਿੱਲੀ ਸੀ, ਦਿੱਲੀ ਤੋਂ ਲੈ ਕੇ ਸਰਹਿੰਦ ਤੱਕ ਦਾ ਏਰੀਆ ਸਾਰਾ ਦਾ ਸਾਰਾ ਕਹਿ ਸਕਦੇ ਹਾਂ ਦਿੱਲੀ ਅੰਡਰ ਤੁਰਕ, ਹੁਣ ਤੁਰਕਸ ਦੇ ਅੰਡਰ ਆ ਚੁੱਕੇ ਸੀ। ਇਸ ਤੋਂ ਬਾਅਦ ਕੀ ਹੁੰਦਾ ਸਭ ਨੂੰ ਪਤਾ, ਮੀਡੀਵਲ ਪੀਰੀਅਡ ਸ਼ੁਰੂ ਹੋ ਜਾਂਦਾ, ਅੱਗੇ ਮੁਸਲਿਮ ਪੀਰੀਅਡ ਆ ਜਾਂਦਾ, ਜਿਵੇਂ ਕਿ ਆਪਣੀ ਹਿਸਟਰੀ ਵਿੱਚ ਡਿਫਾਈਨ ਕੀਤਾ ਹੋਇਆ ਕਿ ਜਦੋਂ ਮੁਸਲਿਮ ਪੀਰੀਅਡ, ਜਦੋਂ ਮੁਸਲਿਮ ਦਾ ਰਾਜ ਸ਼ੁਰੂ ਹੁੰਦਾ ਉਸ ਤੋਂ ਬਾਅਦ ਇਸ ਪੀਰੀਅਡ ਨੂੰ ਜਾਂ ਇਸ ਹਿਸਟਰੀ ਨੂੰ ਮੀਡੀਵਲ ਹਿਸਟਰੀ ਵਿੱਚ ਕਨਵਰਟ ਕਰ ਦਿੱਤਾ ਜਾਂਦਾ। ਤਾਂ ਇਸ ਤੋਂ ਪਹਿਲਾਂ ਜੋ ਏਂਸ਼ੀਅੰਟ ਹਿਸਟਰੀ ਸੀ ਉਹ ਆਪਾਂ ਕੰਪਲੀਟ ਕਰ ਲਈ ਆ। ਤਾਂ ਆਪਣੀ ਸਾਰੀ ਹਿਸਟਰੀ ਏਂਸ਼ੀਅੰਟ ਕੰਪਲੀਟ ਹੋ ਚੁੱਕੀ ਆ, ਸਟੋਨ ਏਜ ਤੋਂ ਲੈ ਕੇ ਮੁਸਲਿਮ ਇਨਵੇਜ਼ਨ ਤੱਕ। ਉਸ ਤੋਂ ਬਾਅਦ ਜੋ ਆਪਣੀ ਨੈਕਸਟ ਵੀਡੀਓਜ਼ ਵਿੱਚ ਆਪਾਂ ਮੀਡੀਵਲ ਹਿਸਟਰੀ ਕੰਪਲੀਟ ਕਰਾਂਗੇ ਪੰਜਾਬ ਦੇ ਪ੍ਰੋਸਪੈਕਟਿਵ ਤੋਂ ਜਾਂ ਪੰਜਾਬ ਦੇ ਸਾਰੇ ਐਗਜ਼ਾਮ ਨਾਲ ਰਿਲੇਟਡ। ਉਹ 2-3 ਲੈਕਚਰਾਂ ਵਿੱਚ ਕੰਪਲੀਟ ਹੋ ਜੂਗੀ। ਤਾਂ ਉਸ ਤੋਂ ਬਾਅਦ ਆਪਾਂ ਜੋ ਕਰਨਾ ਅੱਗੇ ਸਭ ਤੋਂ ਇੰਪੋਰਟੈਂਟ ਤੇ ਜ਼ਰੂਰੀ ਟੌਪਿਕ ਆ ਆਪਣੇ ਗੁਰੂ ਸਾਹਿਬਾਨਾਂ ਨਾਲ, ਤੇ ਜਿਨ੍ਹਾਂ ਵਿੱਚੋਂ ਬਹੁਤ ਹੀ ਜ਼ਿਆਦਾ ਕੁਐਸਚਨ ਪੁੱਟ ਕੀਤੇ ਜਾਂਦੇ ਆ। ਏਂਸ਼ੀਅੰਟ ਵਿੱਚੋਂ ਫਿਰ ਵੀ ਕੁਐਸਚਨ ਇੰਨੇ ਜ਼ਿਆਦਾ ਨਹੀਂ ਪੁੱਟ ਕੀਤੇ ਜਾਂਦੇ, ਪਰ ਫਿਰ ਵੀ ਆਪਾਂ ਕੰਪਲੀਟ ਕਰਨੀ ਜ਼ਰੂਰੀ ਆ, ਕਿਉਂਕਿ ਇਹਨਾਂ ਵਿੱਚੋਂ ਕਈ ਵਾਰੀ 1-2-4 ਕੁਐਸਚਨ ਪੁੱਛ ਲੈ ਜਾਂਦੇ ਆ। ਤਾਂ ਸਭ ਤੋਂ ਜ਼ਿਆਦਾ ਕੁਐਸਚਨ ਆਪਣੇ ਗੁਰੂ ਸਾਹਿਬਾਨਾਂ ਨਾਲ ਜਾਂ ਮਾਡਰਨ ਅੱਗੇ ਮਾਡਰਨ ਪੰਜਾਬ ਦੇ ਨਾਲ ਆਉਂਦੇ ਆ, ਜਾਂ ਇੰਗਲਿਸ਼ ਰਾਜ ਜਦੋਂ ਆ ਜਾਂਦਾ। ਤਾਂ ਥੈਂਕ ਯੂ, ਧੰਨਵਾਦ ਵੀਡੀਓ ਦੇਖਣ ਲਈ। ਤੇ ਜੇ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਫਿਰ ਉਹੀ ਗੱਲ ਲਾਈਕ ਕਰ ਦਿਓ, ਕਮੈਂਟ ਕਰ ਦਿਓ ਤੇ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਇਸ ਨਾਲ ਮੇਰਾ ਵੀ ਹੌਸਲਾ ਵੱਧਦਾ ਤਾਂ ਕਿ ਮੈਂ ਅੱਗੇ ਵੀ ਵਧੀਆ ਤੋਂ ਵਧੀਆ ਲੈਕਚਰ ਤਿਆਰ ਕਰਕੇ ਤੁਹਾਡੀ ਹਾਜ਼ਰੀ ਵਿੱਚ ਪਾਈ ਰੱਖਾਂ। ਥੈਂਕ ਯੂ।